ਵਿੱਚੋਂ ਨਿਕਲੀ ਅਨਮੋਲ ਚੀਜ਼ ਜਿਸ ਨੂੰ ਦੇਖ ਕੇ ਸਾਰਿਆਂ ਦੇ ਉੱਡ ਗਏ ਹੋਸ਼। ਸੰਗਤ ਹੋ ਗਈ ਇਕੱਠੀ ਤਾਂ ਦੇਖੋ ਕਿਵੇਂ ਪੈ ਗਈਆਂ ਨੇ ਭਾਜੜਾਂ। ਜਿੱਥੇ ਕਿ ਇੱਕ ਬਜ਼ੁਰਗ ਔਰਤ ਜਿਸਨੇ ਸਾਰੀ ਉਮਰ ਜੋ ਹੈ ਆਪਣੀ ਵਾਹਿਗੁਰੂ ਦੀ ਸੇਵਾ ਕਰਨ ਦੇ ਲਈ ਲਗਾ ਦਿੱਤੀ, ਉਸਦੇ ਜੋ ਪਤੀ ਹੈ ਉਸਦੀ ਮੌਤ ਹੋ ਗਈ ਤੇ ਜਿਹੜੇ ਬੱਚੇ ਨੇ ਉਹ ਆਪਣੇ ਕੰਮਕਾਜ ਦੇ ਵਿੱਚ ਮਸਤ ਹੋਣ, ਬੱਚੇ ਆਪਣੇ ਕੰਮਕਾਜ ਦੇ ਵਿੱਚ ਜ਼ਿਆਦਾ ਵਿਅਸਤ ਹੋ ਗਏ, ਜਿਸ ਕਰਕੇ ਉਹ ਬਜ਼ੁਰਗ ਔਰਤ ਘਰ ਦੇ ਵਿੱਚ ਇਕੱਲੀ ਰਹਿੰਦੀ ਤੇ ਆਪਣਾ ਸਮਾਂ ਬਤੀਤ ਕਰਨ ਦੇ ਕਾਰਨ ਉਹ ਗੁਰਦੁਆਰਾ ਸਾਹਿਬ ਆ ਜਾਂਦੀ ਤੇ ਗੁਰਦੁਆਰਾ ਸਾਹਿਬ ਆ ਕੇ ਸੇਵਾ ਕਰਦੀ, ਲੰਗਰ ਦੇ ਵਿੱਚ ਸੇਵਾ ਕਰਦੀ ਤੇ ਸਾਰਾ ਦਿਨ ਜੋ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬਤੀਤ ਕਰਦੀ ਤੇ ਰੋਜ਼ਾਨਾ ਉਹ ਬਜ਼ੁਰਗ ਔਰਤ ਜੋ ਹੈ ਉੱਥੇ ਹੀ ਰਹਿੰਦੀ ਤੇ ਜਦੋਂ ਸੰਗਤਾਂ ਆਉਂਦੀਆਂ ਜਾਂਦੀਆਂ ਤਾਂ ਉਸ ਬਜ਼ੁਰਗ ਔਰਤ ਨੂੰ ਜ਼ਰੂਰ ਦੇਖਦੀਆਂ ਤਾਂ ਉਹ ਬਜ਼ੁਰਗ ਔਰਤ ਕਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਫ਼ ਸਫਾਈ ਜਾਂ ਲੰਗਰ ਦੇ ਵਿੱਚ ਸੇਵਾ ਜਾਂ ਸ਼ਾਮ ਨੂੰ ਜੋ ਹੈ ਲਿਫਾਫਿਆਂ ਦੀ ਸੇਵਾ ਕਰਦੀ ਕਿ ਲੋਕ ਜਿਹੜੇ ਨੇ ਪ੍ਰਸ਼ਾਦ ਇਸ ਲਿਫਾਫਿਆਂ ਦੇ ਵਿੱਚ ਪਾ ਲੈਣ। ਤਾਂ ਅਕਸਰ ਗੁਰਦੁਆਰੇ ਦੇ ਵਿੱਚ ਉਹ ਆਪਣਾ ਸਮਾਂ ਬਤੀਤ ਕਰਦੀ। ਤਾਂ ਇੱਕ ਦਿਨ ਉਸ ਬਜ਼ੁਰਗ ਔਰਤ ਨੂੰ ਕੁਝ ਔਰਤਾਂ ਨੇ ਪੁੱਛਿਆ ਕਿ ਤੁਸੀਂ ਜੋ ਹੈ ਆਪਣਾ ਸਮਾਂ ਜ਼ਿਆਦਾ ਤੋਂ ਜ਼ਿਆਦਾ ਗੁਰਦੁਆਰਾ ਸਾਹਿਬ ਦੇ ਵਿੱਚ ਬਤੀਤ ਕਰਦੇ ਹੋ ਤਾਂ ਕਿ ਇਸ ਦਾ ਕਾਰਨ ਕੀ ਹੈ। ਤਾਂ ਉਸ ਬਜ਼ੁਰਗ ਔਰਤ ਨੇ ਦੱਸਿਆ ਕਿ ਮੈਂ ਆਪਣਾ ਸਮਾਂ ਇਸ ਕਰਕੇ ਇੱਥੇ ਬਤੀਤ ਕਰਦੀ ਹਾਂ ਕਿਉਂਕਿ ਉਸਦੇ ਜਿਹੜੇ ਪਤੀ ਨੇ ਉਹਨਾਂ ਦੀ ਮੌਤ ਹੋ ਗਈ ਤਾਂ ਜਿਹੜੇ ਬੱਚੇ ਨੇ ਉਹ ਆਪਣੇ ਕੰਮਾਂ ਕਾਰਾਂ ਦੇ ਵਿੱਚ ਜ਼ਿਆਦਾ ਵਿਅਸਤ ਨੇ ਤੇ ਘਰ ਦੇ ਵਿੱਚ ਉਹਨਾਂ ਦਾ ਸਮੇਂ ਬਤੀਤ ਨਹੀਂ ਹੁੰਦਾ। ਤਾਂ ਉਹਨਾਂ ਨੇ ਸੋਚਿਆ ਕਿ ਆਪਣਾ ਸਮਾਂ ਘਰ ਦੇ ਵਿੱਚ ਬਰਬਾਦ ਕਰਨ ਨਾਲੋਂ ਉਹ ਗੁਰਦੁਆਰਾ ਸਾਹਿਬ ਆ ਕੇ ਗੁਰੂ ਸਾਹਿਬ ਦੇ ਦਰ ਆ ਕੇ ਉੱਥੇ ਸੇਵਾ ਕਰਨ ਤੇ ਨਾਲ ਹੀ ਉਹਨਾਂ ਦਾ ਸਮੇਂ ਵੀ ਬਤੀਤ ਹੋ ਜਾਂਦਾ ਹੈ ਤੇ ਗੁਰੂ ਘਰ ਆ ਕੇ ਉਹਨਾਂ ਨੂੰ ਖੁਸ਼ੀ ਬਹੁਤ ਮਿਲਦੀ ਹੈ। ਉਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਸੁਣ ਕੇ ਜਿਹੜੀਆਂ ਔਰਤਾਂ ਸੀਗੀਆਂ ਹੈਰਾਨ ਹੋਈਆਂ ਤੇ ਔਰਤਾਂ ਨੇ ਇਹ ਗੱਲ ਕਹੀ ਕਿ ਤੁਸੀਂ ਬਜ਼ੁਰਗ ਹੋ ਚੁੱਕੇ ਹੋ, ਤੁਹਾਡੀ ਉਮਰ ਇੰਨੀ ਹੋ ਚੁੱਕੀ ਆ, ਫਿਰ ਵੀ ਤੁਸੀਂ ਕੰਮਕਾਜ ਕਰ ਰਹੇ ਹੋ, ਤੁਹਾਨੂੰ ਸੇਵਾ ਕਰਦੇ ਦੇਖੀਦਾ ਹੈ ਤੇ ਤੁਸੀਂ ਇੱਥੇ ਹੀ ਜ਼ਿਆਦਾਤਰ ਆਪਣਾ ਸਮਾਂ ਬਤੀਤ ਕਰਦੇ ਹੋ। ਬਜ਼ੁਰਗ ਔਰਤ ਨੇ ਕਿਹਾ ਕਿ ਗੁਰੂ ਦਾ ਆਸਰਾ ਹੀ ਜੋ ਹੈ ਉਹ ਬਹੁਤ ਵੱਡਾ ਹੈ ਤੇ ਮੈਨੂੰ ਹੋਰ ਕੁਝ ਵੀ ਨਹੀਂ ਚਾਹੀਦਾ। ਤੇ ਉਸ ਤੋਂ ਬਾਅਦ ਫਿਰ ਬਜ਼ੁਰਗ ਔਰਤ ਨੇ ਇੰਨੀ ਗੱਲ ਕਹੀ ਕਿ ਮੈਂ ਗੁਰੂ ਸਾਹਿਬ ਦੇ ਲੰਗਰਾਂ ਦੀ ਸੇਵਾ ਕਰਦੀ ਹਾਂ ਤੇ ਇਸ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਆ। ਇਹ ਸੇਵਾ ਵੀ ਬੜੀ ਕਿਸਮਤ ਦੇ ਨਾਲ ਮਿਲਦੀ ਹੈ ਤੇ ਬੜੀ ਅਰਦਾਸਾਂ ਦੇ ਨਾਲ ਮਿਲਦੀ ਹੈ। ਉਸ ਤੋਂ ਬਾਅਦ ਫਿਰ ਬਜ਼ੁਰਗ ਔਰਤ ਨੂੰ ਉਹ ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਨੇ ਪੁੱਛਿਆ ਕਿ ਤੁਹਾਡੀ ਆਖਰੀ ਇੱਛਾ ਕੀ ਹੈ, ਕਿ ਤੁਸੀਂ ਚਾਹੁੰਦੇ ਕੀ ਹੋ। ਤਾਂ ਉਸ ਤੋਂ ਬਾਅਦ ਫਿਰ ਬਜ਼ੁਰਗ ਔਰਤ ਨੇ ਕਿਹਾ ਕਿ ਮੈਂ ਗੁਰੂ ਸਾਹਿਬ ਦੇ ਦਰ ਆਉਂਦੀ ਹਾਂ, ਆਪਣੀ ਮਰਜ਼ੀ ਦੇ ਨਾਲ ਸੇਵਾ ਕਰਦੀ ਹਾਂ, ਪਰ ਮੇਰੀ ਇੱਕ ਖੁਆਇਸ਼ ਆ ਕਿ ਜਦ ਵੀ ਮੇਰੀ ਮੌਤ ਹੋਵੇ ਤਾਂ ਗੁਰੂ ਸਾਹਿਬ ਦੇ ਦਰ ਦੇ ਉੱਤੇ ਹੀ ਹੋਵੇ। ਤਾਂ ਇਹ ਸਾਰੀਆਂ ਗੱਲਾਂ ਜਦ ਹਾਲੇ ਉਹ ਬਜ਼ੁਰਗ ਔਰਤ ਕਹਿ ਹੀ ਰਹੀ ਸੀਗੀ, ਜਿਸ ਨੂੰ ਸੁਣ ਕੇ ਔਰਤਾਂ ਤਾਂ ਹੈਰਾਨ ਹੋਈਆਂ, ਪਰ ਅਜਿਹਾ ਕੁਝ ਹੋਇਆ ਜਿਸ ਤੋਂ ਬਾਅਦ ਸਾਰੀ ਸੰਗਤ ਹੈਰਾਨ ਹੋ ਗਈ। ਬਜ਼ੁਰਗ ਔਰਤ ਨੇ ਹਾਲੇ ਆਪਣੇ ਮੂੰਹ ਦੇ ਵਿੱਚੋਂ ਇਹ ਗੱਲ ਹੀ ਕਹੀ ਸੀਗੀ ਜਿੱਥੇ ਨਾਲ ਹੀ ਉਹ ਇੱਕਦਮ ਜ਼ਮੀਨ ਤੇ ਡਿੱਗ ਗਈ ਤੇ ਜਦੋਂ ਉਹ ਜ਼ਮੀਨ ਤੇ ਡਿੱਗੀ ਤੇ ਸਾਰੇ ਲੋਕੀ ਇਕੱਠੇ ਹੋ ਗਏ ਤਾਂ ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ। ਗ੍ਰੰਥੀ ਸਾਹਿਬ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਬਜ਼ੁਰਗ ਔਰਤ ਨੂੰ ਹਸਪਤਾਲ ਲਿਜਾਉਣ ਦੀ ਕੋਸ਼ਿਸ਼ ਕੀਤੀ ਤੇ ਬਜ਼ੁਰਗ ਔਰਤ ਦਾ ਜਿਹੜੀ ਬਜ਼ੁਰਗ ਔਰਤ ਬੇਹੋਸ਼ ਸੀਗੀ ਤੇ ਉਸਦੀਆਂ ਅੱਖਾਂ 'ਚ ਛਿੱਟੇ ਮਾਰੇ ਤਾਂ ਥੋੜੀ ਜੀ ਹੋਸ਼ ਉਸ ਨੂੰ ਆਈ, ਪਰ ਉਸਦੀ ਹਾਲਤ ਖਰਾਬ ਬਹੁਤ ਸੀਗੀ। ਤਾਂ ਉਸ ਬਜ਼ੁਰਗ ਔਰਤ ਨੇ ਕਿਹਾ ਕਿ ਮੈਨੂੰ ਤੁਸੀਂ ਕਿਤੇ ਵੀ ਲੈ ਕੇ ਨਾ ਜਾਈਓ, ਮੇਰਾ ਜਾਣ ਦਾ ਸਮਾਂ ਆ ਗਿਆ ਤੇ ਵਾਹਿਗੁਰੂ ਦੇ ਦਰ ਤੇ ਹੀ ਮੈਂ ਆਪਣੇ ਪ੍ਰਾਣ ਜਿਹੜੇ ਆ ਉਹ ਛੱਡਣਾ ਚਾਹੁੰਦੀ ਆ, ਤਿਆਗਣਾ ਚਾਹੁੰਦੀ ਆ। ਤਾਂ ਹਾਲੇ ਉਸ ਬਜ਼ੁਰਗ ਔਰਤ ਨੇ ਗੱਲ ਹੀ ਕਹੀ ਸੀਗੀ ਕਿ ਉਸ ਦੀ ਮੌਤ ਹੋ ਗਈ ਤਾਂ ਸਾਰੇ ਲੋਕ ਹੈਰਾਨ ਹੋ ਗਏ, ਸਾਰੇ ਲੋਕਾਂ ਦੇ ਹੋਸ਼ ਉੱਡ ਗਏ। ਪਰ ਉਸ ਬਜ਼ੁਰਗ ਔਰਤ ਦੀ ਜਿਹੜੀ ਗੱਲ ਸੀਗੀ ਉਹ ਸੱਚ ਸਾਬਤ ਹੋਈ ਹੈ। ਜਿਹੜੇ ਲੋਕ ਵਾਹਿਗੁਰੂ ਦੇ ਦਰ ਦੇ ਉੱਤੇ ਜਾਂਦੇ ਨੇ ਤਾਂ ਵਾਹਿਗੁਰੂ ਦੇ ਨਾਲ ਪਿਆਰ ਕਰਦੇ ਨੇ ਤਾਂ ਵਾਹਿਗੁਰੂ ਉਹਨਾਂ ਦੀ ਹਰ ਮਨੋਕਾਮਨਾ ਪੂਰਨ ਜ਼ਰੂਰ ਕਰਦੇ ਨੇ। ਤਾਂ ਉਸ ਬਜ਼ੁਰਗ ਔਰਤ ਦੀ ਇਹ ਇੱਛਾ ਸੀਗੀ ਕਿ ਮੇਰਾ ਆਖਰੀ ਸਮੇਂ ਜਿੱਥੇ ਹੋਵੇ ਤਾਂ ਵਾਹਿਗੁਰੂ ਦੇ ਦਰ ਤੇ ਹੋਵਾਂ ਮੈਂ ਤੇ ਮੇਰੀ ਉੱਥੇ ਹੀ ਮੌਤ ਹੋਵੇ। ਤਾਂ ਜੇਕਰ ਤੁਸੀਂ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਯਕੀਨ ਰੱਖਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਤੇ ਕਮੈਂਟ ਵੀ ਜ਼ਰੂਰ ਕਰ ਦਿਓ।